ਤੁਸੀਂ ਦੇਖ ਰਹੇ ਹੋ ਸਪੈਸ਼ਲ ਰਿਪੋर्ट। मैं सुनील कुमार हिमाचली ਤੇ ਅੱਜ ਗੱਲ ਕਰਾਂਗੇ ਕਿਸਾਨ ਅੰਦੋਲਨ ਦੇ ਉਸ ਮੋੜ ਦੀ ਜਿੱਥੇ ਆ ਕੇ ਕਿਥੇ ਨਾ ਕਿਥੇ ਸਥਿਤੀ ਇਹੋ ਜੀ ਬਣ ਗਈ ਆ ਕਿ ਜਿਵੇਂ ਰੁੱਖ ਹੁੰਦਾ ਇੱਕ ਪਿੱਪਲ ਦਾ, ਉਹਦੀਆਂ ਜੜਾਂ ਜ਼ਮੀਨ ਦੇ ਉੱਤੇ ਵੀ ਹੁੰਦੀਆਂ ਨੇ ਤੇ ਜ਼ਮੀਨ ਦੇ ਰੁੱਖ ਦੇ ਨਾਲ ਵੀ। ਸਥਿਤੀ ਉਹੀ ਬਣ ਗਈ ਅੱਜ ਕਿਸਾਨਾਂ ਦੇ ਨਾਲ। ਕਿਸਾਨ ਪੂਰੇ ਮੁਲਕ ਦਾ ਜਿੱਥੇ ਢਿੱਡ ਭੜਦਾ, ਲੇਕਿਨ ਅੱਜ ਆਪਣੇ ਹੱਕ ਲਈ ਉਸ ਕਾਨੂੰਨ ਦੀ ਰੱਦ ਦੀ ਮੰਗ ਨੂੰ ਲੈ ਕੇ ਕੀ ਕੁਝ ਸਥਿਤੀਆਂ ਬਣ ਰਹੀਆਂ ਨੇ, ਰਾਜਨੀਤੀ ਕਿਵੇਂ ਦੀ ਹੋ ਰਹੀ ਆ, ਸਾਰੀ ਅੱਜ ਜੱਗ ਜ਼ਾਹਿਰ ਆ। 30 ਦਿਨ ਹੋਣ ਵਾਲੇ ਨੇ, 30ਵਾਂ ਦਿਨ ਜਿਹੜਾ ਚੜ੍ਹਨ ਵਾਲਾ ਤੇ 30ਵੇਂ ਦਿਨ ਕਿਸਾਨ ਜਥੇਬੰਦੀਆਂ ਨੇ ਪਹਿਲਾਂ ਐਲਾਨ ਕਰਤਾ ਸੀ ਕਿ ਕੀ ਕੁਝ ਰਣਨੀਤੀ ਰਹੇਗੀ। ਲੇਕਿਨ 30ਵਾਂ ਦਿਨ ਜਿਸ ਦਿਨ ਨੂੰ ਆ, ਉਸ ਦਿਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਡਾ ਐਲਾਨ ਤੇ ਕਿਸਾਨਾਂ ਦੇ ਖਾਤਿਆਂ ਦੇ ਵਿੱਚ ਜਿਹੜੀ ਆ ਉਹ ਰਾਸ਼ੀ ਵੀ ਪਾਉਣ ਜਾ ਰਹੇ ਨੇ। 12 ਵਜੇ ਇੱਕ ਸਮਾਗਮ ਹੋਏਗਾ, ਉਸ ਦਾ ਪ੍ਰਸਾਰਣ ਲਾਈਵ ਹੋਏਗਾ। ਪ੍ਰਧਾਨ ਮੰਤਰੀ ਦੇ ਨਾਲ ਜਿਹੜੇ ਨੇ ਉਹ ਸੰਸਦ ਮੈਂਬਰ ਜਾਂ ਭਾਜਪਾ ਦੇ ਜਿੰਨੇ ਵੀ ਵੱਡੇ ਲੀਡਰ ਨੇ ਉਹ ਸੰਵਾਦ ਦੇ ਵਿੱਚ ਸ਼ਾਮਿਲ ਹੋਣਗੇ। ਅਮਿਤ ਸ਼ਾਹ ਹੋ ਗਏ, ਨਰਿੰਦਰ ਤੋਮਰ ਹੋ ਗਏ, JP ਨੱਡਾ ਹੋ ਗਏ, ਇਹ ਸਾਰੇ ਉਸ ਸਮਾਗਮ 'ਚ ਸ਼ਾਮਿਲ ਹੋਣਗੇ। ਖੇਤੀਬਾੜੀ ਕਾਨੂੰਨਾਂ ਦੇ ਨਾਲ ਕਿਸਾਨਾਂ ਨੂੰ ਜਿਹੜੀ ਰਾਸ਼ੀ ਦਿੱਤੀ ਜਾਣੀ ਹੈ, ਜਿਹੜੀ ਕਿਸ਼ਤਾਂ ਦੇ ਤੌਰ ਤੇ ਉਹਨਾਂ ਨੂੰ ਰਾਸ਼ੀ ਦਿੱਤੀ ਜਾਂਦੀ ਆ, ਉਹ ਵੀ ਉਹਨਾਂ ਦੇ ਖਾਤਿਆਂ ਦੇ ਵਿੱਚ ਪਾਈ ਜਾਣੀ ਆ। ਲੇਕਿਨ ਇਹਦੇ ਨਾਲ ਇਹ ਵੀ ਦੱਸ ਦਈਏ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਜਿਹੜੀ ਹੈ FIR ਦਰਜ ਕਰਨ ਦੀ ਕਾਰਵਾਈ ਵੀ ਸ਼ੁਰੂ ਹੋ ਚੁੱਕੀ ਹੈ, ਕਿਉਂਕਿ ਇੱਕ ਸ਼ਿਕਾਇਤ ਜਿਹੜੀ ਆ ਉਹ ਲਿਖਿਤ ਤੌਰ ਤੇ ਲੁਧਿਆਣਾ ਦੇ ਵਕੀਲਾਂ ਵੱਲੋਂ ਹਰਿਆਣਾ ਦੇ DGP ਨੂੰ ਦਿੱਤੀ ਗਈ ਆ ਤੇ ਹਰਿਆਣਾ DGP ਨੇ ਆਸ਼ਵਾਸਨ ਦਿੱਤਾ ਕਿ ਉਹ ਕਾਰਵਾਈ ਕਰਨਗੇ। ਹੁਣ ਮਾਮਲਾ ਕਾਨੂੰਨੀ ਬਣ ਗਿਆ। ਕਿਸਾਨ ਅੰਦੋਲਨ ਜਿਹੜਾ ਰਾਜਨੀਤਿਕ ਜਿਹਦੇ ਤੇ ਚਰਮ ਤੇ ਹੋ ਰਹੀ ਸੀ, ਉਹ ਮਸਲਾ ਹੁਣ ਕਾਨੂੰਨੀ ਬਣਦਾ ਜਾ ਰਿਹਾ, ਕਿਉਂਕਿ ਵਕੀਲਾਂ ਨੇ ਆਪ ਲੈਟਰ ਦੇ ਵਿੱਚ IPC ਦੀ ਧਾਰਾ ਦਾ ਜ਼ਿਕਰ ਵੀ ਕੀਤਾ। ਮਾਮਲਾ ਸੀ ਜਿਹੜੇ ਸੰਤ ਰਾਮ ਸਿੰਘ ਸੀਗੇ ਉਹਨਾਂ ਦੀ ਆਤਮ ਹੱਤਿਆ ਦਾ। ਉਸ ਆਤਮ ਹੱਤਿਆ ਨੂੰ ਲੈ ਕੇ ਹੁਣ ਇੱਕ ਸ਼ਿਕਾਇਤ ਜਿਹੜੀ ਆ ਉਹ ਪੱਤਰ ਜਿਹੜਾ ਹਰਿਆਣਾ DGP ਨੂੰ ਦਿੱਤਾ ਗਿਆ। ਸ਼ਿਕਾਇਤ ਦੇਣ ਵਾਲੇ ਜਿਹੜੇ ਅਧਿਵਕਤਾ ਨੇ ਲੁਧਿਆਣਾ ਕੋਰਟ ਦੇ, ਗਗਨਪ੍ਰੀਤ ਸਿੰਘ ਸਾਡੇ ਨਾਲ ਫੋਨ ਲਾਈਨ ਤੇ जुड़े हुए ने। गगन जी, स्काई न्यूज़ पंजाब ते बहुत बहुत स्वागत है जी। गगन जी, सब तो पहला सवाल, तुही अज एक शिकायत पत्र दिता हरियाणा DGP नूं, की कुछ उस शिकायत पत्र च तुही मंग कीती है? नरेंद्र मोदी दे जी जी अपने होम मिनिस्टर अमित शाह जी दे जी ते अपने एग्रीकल्चर मिनिस्टर नरेंद्र सिंह तोमर जी दे ते तीसरा जी मनोहर लाल खट्टर हरियाणा दे CM ते जी, इन्हां चारां दे उत्ते FIR करो जी ते इन्हां नूं फटाफट अरेस्ट करो जी। इस केस दे विच केस किहड़े दा जिक्र कीता जी तुही ਜਿਹੜਾ शिकायत पत्र? संत बाबा राम सिंह जी ने सुसाइड कमिट कीती है सर जी। ਆਪਾਂ ਸਾਰਿਆਂ ਨੂੰ ਪਤਾ ਹੈ ਕਿ ਫਾਰਮਰਸ ਪੀਸਫੁਲ ਐਜੀਟੇਸ਼ਨ ਕਰ ਰਹੇ ਆ ਪਿਛਲੇ ਕੁਝ ਮਹੀਨਿਆਂ ਤੋਂ जी। ਔਰ ਸਰਕਾਰ ਨੇ ਇੱਕ ਇਹੋ ਜਿਹਾ ਮਾਹੌਲ ਬਣਾਤਾ ਹੈ ਕਿ ਜਾਂ ਤਾਂ ਉਹਨੂੰ ਉਹ ਕਹਿੰਦੇ ਆ ਵੀ ਜਾਂ ਤਾਂ ਹੁਣ ਤੁਸੀਂ ਪ੍ਰੋਟੈਸਟ ਹੀ ਕਰਦੇ ਰਹੋ ਜਾਂ ਜੀ। ਫਿਰ ਹੁਣ ਤੁਸੀਂ ਮਰੋ, ਕਿਉਂਕਿ ਕੋਈ ਰਾਹ ਨਹੀਂ ਛੱਡਿਆ ਹੋਰ। जी ਉਹ ਡਾਈ ਵਾਲਾ ਕੰਮ ਹੋਇਆ ਪਿਆ। ਔਰ ਸੁਸਾਈਡ ਨੋਟ ਦੇ ਵਿੱਚ ਸੰਤ ਜੀ ਲਿਖ ਕੇ ਗਏ ਆ जी ਕਿ ਮੈਂ ਸਰਕਾਰ ਦੇ ਰਵੱਈਏ ਤੋਂ ਹੋ ਕੇ ਤੰਗ ਹੋ ਕੇ ਸੁਸਾਈਡ ਕਰ ਰਿਹਾ। ਜੀ ਦੇਖੋ, ਕਾਨੂੰਨਾਂ ਦੇ ਤੁਸੀਂ ਜਾਣਕਾਰ ਹੋ। ਜਿਹੜਾ ਤੁਸੀਂ ਲੈਟਰ ਲਿਖਿਆ, ਸਾਡੇ ਦਰਸ਼ਕ ਜਿਹੜੇ ਨੇ ਉਹ ਦੇਖ ਵੀ ਪਾ ਰਹੇ ਨੇ। IPC ਦੀ ਧਾਰਾ 306 ਦੇ ਨਾਲ ਹੋਰ ਕਿਹੜੀਆਂ ਧਾਰਾਵਾਂ ਇਸ ਮਾਮਲੇ ਦੇ ਵਿੱਚ ਲਾਈਆਂ ਜਾ ਸਕਦੀਆਂ? ਸਰ ਧਾਰਾ 34 ਬਣਦੀ ਹੈ ਸਰ IPC ਦੀ, ਇੱਕ 306 ਬਣ ਜੀ। ਬਾਕੀ ਮੇਰੀ DGP ਸਾਹਿਬ ਨਾਲ ਗੱਲ ਹੋਈ ਹੈ, ਉਹ ਕਹਿੰਦੇ ਵੀ ਜੋ ਵੀ ਬਣਦੀ ਕਾਰਵਾਈ ਅਸੀਂ ਜ਼ਰੂਰ ਕਰਾਂਗੇ ਜੀ। ਤੇ ਦੇਖੋ, ਇੱਕ ਸੁਸਾਈਡ ਦਾ ਤੁਸੀਂ ਗੱਲ ਕਹੀ ਹੈ, ਇੰਨੀਆਂ ਜਾਨਾਂ ਹੋਰ ਵੀ ਗਈਆਂ ਨੇ। ਕਾਨੂੰਨੀ ਤੌਰ ਤੇ ਉਹਦੇ ਲਈ ਫਿਰ ਕਿਹਨੂੰ ਜ਼ਿੰਮੇਵਾਰ ਠਹਿਰਾਣਾ ਜਾਣਾ ਚਾਹੀਦਾ? ਸਰ ਦੁਬਾਰਾ ਬੋਲਣਾ ਸਰ, ਥੋੜੀ ਜਿਹੀ ਆਵਾਜ਼ ਕੱਟ ਰਹੀ ਹੈ। ਦੇਖੋ, ਜਾਨਾਂ ਹੋਰ ਵੀ ਗਈਆਂ ਨੇ, ਹੋਰ ਵੀ ਲੋਕਾਂ ਦੀ ਮੌਤ ਹੋਈ ਹੈ ਸੰਘਰਸ਼ ਦੇ ਦੌਰਾਨ। ਪਿਛਲੇ 30 ਦਿਨ ਹੋਣ ਵਾਲੇ ਨੇ, 1 ਮਹੀਨਾ ਹੋਣ ਵਾਲਾ। ਇਹਨਾਂ ਮੌਤਾਂ ਲਈ ਫਿਰ ਇੱਕ ਮੌਤ ਲਈ ਤਾਂ ਤੁਸੀਂ ਐਪਲੀਕੇਸ਼ਨ ਦੇਤੀ, ਸ਼ਿਕਾਇਤ ਅਰਜੀ ਦੇਤੀ, ਤੇ ਬਾਕੀ ਮੌਤਾਂ ਲਈ ਕੌਣ ਜ਼ਿੰਮੇਵਾਰ ਹੋਏਗਾ ਕਾਨੂੰਨੀ ਤੌਰ ਤੇ? ਸਰ ਬਾਕੀ ਮੌਤਾਂ ਲਈ ਵੀ ਇਹੀ ਜ਼ਿੰਮੇਵਾਰ ਨੇ, ਸਰਕਾਰ ਸਰਾਸਰ ਜ਼ਿੰਮੇਵਾਰ ਹੈ ਜੀ। ਬਟ ਅਸੀਂ ਤਾਂ ਸਰ ਜਿਹੜੇ ਵਕਾਲਤ ਕਰਦੇ ਆ, ਸਾਨੂੰ ਤਾਂ ਜੋ ਕਾਨੂੰਨ ਕਹਿੰਦਾ ਵੀ ਜਿੱਥੇ ਸੁਸਾਈਡ ਕਮਿਟ ਹੋਵੇ ਜੀ, ਉਦਾਂ ਮੌਤ ਹੋਵੇ, ਫਿਰ ਕੋਈ ਐਕਸੀਡੈਂਟ ਹੋ ਜਾਵੇ, ਉਹਦੇ ਤਾਂ ਕਾਨੂੰਨ ਦੇ ਹਿਸਾਬ ਨਾਲ ਕਿਸੇ ਦੀ ਕੋਈ ਗਲਤੀ ਨਹੀਂ ਨਿਕਲਦੀ ਜੀ। ਪਰ ਇਹ ਤਾਂ ਸਿੱਧੀ ਮੌਤ ਹੈ ਨਾ ਸਰ। ਇਹ ਤਾਂ ਸੁਸਾਈਡ ਅਬੈਟਮੈਂਟ ਆਫ ਸੁਸਾਈਡ ਕੀ ਹੈ, 306 ਹੀ ਕਹਿੰਦੀ ਹੈ ਜੀ। ਜਿੱਥੇ ਵੀ ਕੋਈ ਬੰਦਾ ਸੁਸਾਈਡ ਨੋਟ ਦੇ ਵਿੱਚ ਕਿਸੇ ਦੇ ਬਾਰੇ ਲਿਖ ਕੇ ਜਾਂਦਾ ਵੀ ਮੈਂ ਇਸ ਕਾਰਨ ਮਰਨ ਲੱਗਾ ਜੀ, ਇਟ ਮੀਨਸ ਉਹਨੂੰ ਫੋਰਸ ਕੀਤਾ ਮਰਨ ਲਈ, ਜਿਹਦੇ ਕਰਕੇ ਉਹ ਮਰੇ ਨੇ ਜੀ। ਤੇ ਜੇ ਉਹਨਾਂ ਨੇ ਇਹ ਸੁਸਾਈਡ ਕਮਿਟ ਕੀਤੀ ਹੈ ਤੇ ਉਹਦਾ ਸਿੱਧਾ ਜਿਹੜਾ FIR ਹੈ ਉਹ ਸਰਕਾਰ ਦੇ ਵਿੱਚ, ਸਰਕਾਰ ਨੂੰ ਹੈਡ ਕਰਦੇ ਇਸ ਟਾਈਮ ਸਾਡੇ ਪ੍ਰਧਾਨ ਮੰਤਰੀ, ਡਿਫੈਂਸ ਆਪਣੇ ਹੋਮ ਮਿਨਿਸਟਰ, ਜਿਹੜੇ ਆਪਣੇ ਐਗਰੀਕਲਚਰ ਮਿਨਿਸਟਰ, ਜਿਨ੍ਹਾਂ ਨੇ
ਜੀ ਵੀ ਜਿਹੜੇ ਹਰਿਆਣੇ ਦੇ ਸੀਐਮ ਨੇ ਇਹਨਾਂ ਨੇ ਉਹ ਹਰ ਹੀਲਾ ਵਰਤਿਆ ਕਿਸਾਨਾਂ ਨੂੰ ਪਰੇਸ਼ਾਨ ਕਰਨ ਦਾ। ਜੀ ਇੱਕ ਪੀਸਫੁਲ ਐਜੀਟੇਸ਼ਨ, ਅਸੀਂ ਐਜੀਟੇਸ਼ਨ ਅੱਜ ਤੱਕ ਬਹੁਤ ਦੇਖੀਆਂ ਨੇ ਸਰ। ਜੀ ਐਜੀਟੇਸ਼ਨਾਂ ਪੰਜਾਬ ਨੇ ਬਹੁਤ ਹੰਡਾਈਆਂ ਨੇ। ਐਜੀਟੇਸ਼ਨਾਂ ਬਲੈਕ ਲਾਈਵਜ਼ ਮੈਟਰ ਕਰਕੇ ਯੂਐਸਏ 'ਚ ਵੀ ਹੋਈ ਹੈ, ਜਿਹਦੇ 'ਚ ਦੁਕਾਨਾਂ ਲੁੱਟੀਆਂ ਗਈਆਂ ਨੇ। ਜੀ ਅੱਜ ਤੋਂ 2 ਸਾਲ ਪਹਿਲਾਂ ਵੀ ਹਰਿਆਣੇ ਦੇ ਵਿੱਚ ਬਾਹਰ ਦੀਆਂ ਸਟੇਟਾਂ 'ਚ ਐਜੀਟੇਸ਼ਨਾਂ ਹੋਈਆਂ ਜਿੱਥੇ ਲੋਕਾਂ ਦੇ ਘਰ ਤੱਕ ਲੁੱਟੇ ਗਏ ਨੇ। ਜੀ ਇਹ ਸਭ ਤੋਂ ਵੱਧ ਪੀਸਫੁਲ ਐਜੀਟੇਸ਼ਨ ਸੀਗੀ। ਜੀ ਪਰ ਫਿਰ ਵੀ ਹਰਿਆਣੇ ਦੇ ਸੀਐਮ ਮਨੋਹਰ ਲਾਲ ਖੱਟੜ ਜੀ ਨੇ ਨਿਹੱਥੇ ਫਾਰਮਰਸ ਦੇ ਉੱਤੇ 307 ਦੇ ਪਰਚੇ ਦਰਜ ਕੀਤੇ ਨੇ ਜੀ। ਜੀ ਬੇਬੁਨਿਆਦ ਮੈਂ ਐਫਆਈਆਰਾਂ ਕਢਾਈਆਂ ਨੇ ਜੀ। ਪਾਣੀਪਤ, ਸਿਰਸੇ, ਅੰਬਾਲਾ, ਅਲੱਗ-ਅਲੱਗ ਸ਼ਹਿਰਾਂ ਦੇ ਵਿੱਚ ਬੇਕਸੂਰ ਕਿਸਾਨਾਂ ਤੇ ਅਟੈਂਪਟ ਟੂ ਮਰਡਰ ਦੀਆਂ ਐਫਆਈਆਰਾਂ ਦਰਜ ਕੀਤੀਆਂ ਨੇ ਜੀ ਔਰ ਫਾਲਸ ਐਲੀਗੇਸ਼ਨ ਲਗਾਏ ਨੇ। ਔਰ ਇਹਦੇ ਲਈ ਅਸੀਂ ਹਿਊਮਨ ਰਾਈਟਸ ਕੌਂਸਲ ਨੂੰ ਵੀ ਲਿਖਿਆ ਜੀ, ਜੀ ਇੰਟਰਨੈਸ਼ਨਲ ਕੋਰਟ ਆਫ ਜਸਟਿਸ ਨੂੰ ਵੀ ਲਿਖਿਆ। ਜੇ ਐਫਆਈਆਰ ਹਰਿਆਣਾ ਦੇ ਸੀਐਮ ਦਰਜ ਨਹੀਂ ਕਰਨਗੇ ਤੇ ਯੂਨਾਈਟਿਡ ਨੇਸ਼ਨ ਕੌਂਸਲ ਨੂੰ ਅਸੀਂ ਅਪੀਲ ਕੀਤੀ ਹੈ ਉਹ ਇੱਥੇ ਆਉਣ। ਇੰਟਰਨੈਸ਼ਨਲ ਕੋਰਟ ਆਫ ਜਸਟਿਸ ਦੀ ਸਭ ਪਾਸੇ ਜਾਵਾਂਗੇ ਜੀ, ਐਫਆਈਆਰ ਦਰਜ ਕਰਾ ਕੇ ਹਟਾਂਗੇ। ਅੱਛਾ ਗਗਨਪ੍ਰੀਤ ਜੀ, ਇੱਕ ਹੋਰ ਜ਼ਰੂਰੀ ਸਵਾਲ ਰਹੂੰਗਾ, ਵਕਤ ਦੀ ਮੇਰੇ ਕੋਲ ਥੋੜੀ ਜਿਹੀ ਘਾਟ ਆ। ਆਸ਼ਵਾਸਨ ਹਰਿਆਣਾ ਡੀਜੀਪੀ ਵੱਲੋਂ ਆਸ਼ਵਾਸਨ ਦਿੱਤਾ ਗਿਆ ਜਾਂ ਉਹ ਕਾਰਵਾਈ ਕਰਨਗੇ? ਸਰ ਉਹ ਕਹਿੰਦੇ ਮੈਂ ਕਰਾਂਗਾ ਜੀ, ਯਾਨੀ ਮੈਂ ਕਾਰਵਾਈ ਕਰਾਂਗਾ। ਮੈਂ ਕਿਹਾ ਸਰ ਐਜ਼ ਪਰ ਲਾਅ ਮੇਰੇ ਕੋਲੇ ਮੈਂ ਇੱਕ ਵਕੀਲ ਹਾਂ, ਮੇਰੇ ਕੋਲ ਹਜ਼ਾਰਾਂ ਕੇਸ ਇਦਾਂ ਦਾ ਚੱਲਦਾ ਹੈ ਜੀ ਜਿਹਦੇ ਵਿੱਚ ਸੁਸਾਈਡ ਦੇ ਵਿੱਚ ਜੇ ਕਿਸੇ ਦਾ ਵੀ ਕਾਰਨ ਲਿਖਿਆ ਜਾਂਦਾ ਵੀ ਇਸ ਕਾਰਨ ਕਰਕੇ ਇਹ ਬੰਦੇ ਦੇ ਕਰਕੇ ਮੈਂ ਮਰਨ ਲੱਗਿਆ ਜੀ ਤਾਂ ਉਹਦੇ ਤੇ ਐਫਆਈਆਰ ਹੁੰਦੀ ਹੈ ਜੀ ਨਾਰਮਲ। ਅਸੀਂ ਰੂਟੀਨ 'ਚ ਦੇਖਦੇ ਆ ਕਿਸੇ ਵੀ ਕਾਰਨਾਂ ਕਰਕੇ ਕੋਈ ਬੰਦਾ ਸੁਸਾਈਡ ਕਰ ਜਾਂਦਾ, ਜੇ ਕਿਸੇ ਦਾ ਨਾਂ ਲਿਖਦਾ ਜਾਂ ਕਿਸੇ ਨੂੰ ਦੋਸ਼ੀ ਠਹਿਰਾਉਂਦਾ ਜੀ ਤਾਂ ਪੁਲਿਸ ਉਹਦੇ ਤੇ ਪਹਿਲਾਂ ਐਫਆਈਆਰ ਕਰਦੀ ਹੈ। ਜੀ ਐਫਆਈਆਰ ਦਾ ਮਤਲਬ ਮੈਂ ਨਹੀਂ ਕਹਿੰਦਾ ਕਿ ਸਜ਼ਾ ਹੋ ਜਾਣੀ ਚਾਹੀਦੀ ਹੈ। ਜੀ ਇਹ ਮੇਰੀ ਇਨਫੋਰਮੇਸ਼ਨ ਰਿਪੋਰਟ ਹੈ, ਮੇਰਾ ਹੱਕ ਹੈ ਐਫਆਈਆਰ ਦਰਜ ਕਰਾਉਣਾ। ਐਫਆਈਆਰ ਦਰਜ ਕਰਾ ਕੇ ਜੇ ਅਸੀਂ ਕੋਰਟ 'ਚ ਸਾਬਤ ਕਰਾਂਗੇ ਕਿ ਦੋਸ਼ੀ ਨੇ, ਸਾਡੇ ਕੋਲੇ ਪੂਰੀ ਐਵੀਡੈਂਸ ਹੈ ਕਿੰਨਾ ਕਾਰਨਾਂ ਕਰਕੇ ਕੀ ਹਾਲਾਤ ਬਣਾਏ ਜੀ ਕਿ ਉਹਨਾਂ ਨੂੰ ਸੁਸਾਈਡ ਕਰਨੀ ਪਈ, ਜੀ ਅਸੀਂ ਸਾਬਤ ਕਰਾਂਗੇ ਸਰ। ਚਾਹੇ ਪ੍ਰਧਾਨ ਮੰਤਰੀ ਹੋਵੇ, ਚਾਹੇ ਕੋਈ ਮੁੱਖ ਮੰਤਰੀ ਹੋਵੇ, ਚਾਹੇ ਐਗਰੀਕਲਚਰ ਮਿਨਿਸਟਰ ਹੋਵੇ, ਕਾਨੂੰਨ ਕਿਸੇ ਲਈ ਵੀ ਵੱਖ ਨਹੀਂ ਹੈਗਾ ਜੀ। ਇਕੁਐਲਿਟੀ ਆਫ ਲਾਅ ਹੈ, ਕਾਨੂੰਨ ਸਭ ਲਈ ਇੱਕ ਹੈ। ਆਰਟੀਕਲ 14 ਇੰਡੀਅਨ ਕਨਸਟੀਟਿਊਸ਼ਨ ਦੇ ਹਿਸਾਬ ਨਾਲ ਜੀ ਕੋਈ ਵੀ ਬੰਦੇ ਨੂੰ ਸਪੈਸ਼ਲ ਪ੍ਰਿਵਿਲੇਜ ਨਹੀਂ ਮਿਲੀ। ਸਿਰਫ ਇੱਕ ਰਾਸ਼ਟਰਪਤੀ ਜਾਂ ਪ੍ਰੈਜ਼ੀਡੈਂਟ ਆ ਜਿਹੜਾ ਸਾਡੇ, ਉਹਨਾਂ ਨੂੰ ਪ੍ਰਿਵਿਲੇਜ ਹੈਗੀ ਹੈ। ਬਟ ਪ੍ਰਧਾਨ ਮੰਤਰੀ ਤੇ ਮੇਰੇ ਤੇ ਤੁਹਾਡੇ ਦੇ ਵਿੱਚ ਕਾਨੂੰਨ ਦੇ ਮੁਤਾਬਿਕ ਕੋਈ ਫਰਕ ਨਹੀਂ ਹੈਗਾ ਜੀ। ਜੀ ਤੇ ਗਗਨ ਜੀ, ਤੁਸੀਂ ਇਕੱਲੀ ਇਹ ਸਿਰਫ ਸ਼ਿਕਾਇਤ ਅਰਜੀ ਲੈ ਕੇ ਗਏ ਸੀ ਜਾਂ ਤੁਹਾਡੇ ਨਾਲ ਹੋਰ ਵੀ ਵਕੀਲ ਸੀਗੇ? ਅਸੀਂ ਜੀ ਟੋਟਲ 5-6 ਵਕੀਲ ਸੀਗੇ ਜੀ ਲੁਧਿਆਣੇ ਤੋਂ ਜੀ। ਤੇ ਅਸੀਂ ਸਾਰੀ ਗੱਲ ਉਹਨਾਂ ਨਾਲ ਕੀਤੀ ਹੈ ਜੀ। ਉਹਨਾਂ ਨੇ ਸਾਨੂੰ ਕਿਹਾ ਕਿ ਅਸੀਂ ਕਰਾਂਗੇ ਕਾਰਵਾਈ ਜੀ। ਮੈਂ ਕਿਹਾ ਵੀ ਇਹ ਨਾ ਹੋਵੇ ਨਾ ਵੀ ਤੁਹਾਨੂੰ ਲੱਗੇ ਕਿ ਸ਼ਾਇਦ ਦੂਸਰੀ ਪਾਸੇ ਜਿਹੜੀ ਐਫਆਈਆਰ ਦਰਜ ਹੋਣੀ ਆ ਉਹ ਨਰਿੰਦਰ ਮੋਦੀ ਤੇ ਹੋਣੀ ਆ ਤੇ ਸ਼ਾਇਦ ਤੁਸੀਂ ਨਾ ਕਰੋ। ਵੀ ਕਾਨੂੰਨ ਸਭ ਲਈ ਇੱਕ ਹੈ ਜੀ। ਸਾਨੂੰ ਆਸ ਹੈ ਤੁਸੀਂ ਕਰੋਗੇ, ਨਹੀਂ ਤੇ ਜੇ ਸਾਨੂੰ ਹੁਣ ਉੱਪਰ ਵੀ ਅਸੀਂ ਲੈਟਰਾਂ ਕੱਢੀਆਂ ਨੇ ਜੀ ਆਪਣੇ ਯੂਨਾਈਟਿਡ ਨੇਸ਼ਨ ਕੌਂਸਲ ਨੂੰ ਵੀ ਜੀ। ਜੇ ਸਾਨੂੰ ਜਾਣਾ ਪਿਆ ਤਾਂ ਅਸੀਂ ਸਭ ਪਾਸੇ ਜਾਵਾਂਗੇ ਜੀ, ਪਰਚਾ ਤਾਂ ਦਰਜ ਕਰਾ ਕੇ ਹਟਾਂਗੇ, ਅੰਦਰ ਤੱਕ ਆਵਾਂਗੇ। ਸਾਡੇ ਨਾਲ ਫੋਨ ਲਾਈਨ ਤੇ ਜੁੜਨ ਲਈ ਗਗਨ ਜੀ ਬਹੁਤ ਬਹੁਤ ਧੰਨਵਾਦ। ਤੇ ਜਿੱਥੇ ਸਥਿਤੀ ਕੀ ਕੁਛ ਆ, 29 ਦਿਨ ਹੋ ਗਏ ਨੇ, 30ਵਾਂ ਦਿਨ ਚੜ੍ਹਨ ਵਾਲਾ, ਲੇਕਿਨ 30ਵੇਂ ਦਿਨ 9 ਕਰੋੜ ਕਿਸਾਨਾਂ ਦੇ ਖਾਤਿਆਂ ਦੇ ਵਿੱਚ ਕੇਂਦਰ ਦੀ ਮੋਦੀ ਸਰਕਾਰ ਜਿਹੜੀ ਆ ਉਹ ਪੈਸੇ ਪਾਉਣ ਵਾਲੀ ਆ। ਕਿਤੇ ਨਾ ਕਿਤੇ ਕਿਸਾਨਾਂ ਨੂੰ ਇਸ ਗੱਲ ਦੀ ਖੁਸ਼ੀ ਵੀ ਹੋਣੀ ਜਿਨ੍ਹਾਂ ਦੇ ਖਾਤਿਆਂ 'ਚ ਪੈਸੇ ਆਉਂਦੇ ਨੇ, ਲੇਕਿਨ ਦੂਜੇ ਪਾਸੇ ਕਿਸਾਨਾਂ ਦਾ ਉਹੀ ਮੰਗ, ਉਹੀ ਦਰਦ ਉਹ ਸ਼ਾਇਦ ਕੇਂਦਰ ਦੀ ਨਰਿੰਦਰ ਮੋਦੀ ਸਰਕਾਰ ਨੂੰ ਦਿਸ ਨਹੀਂ ਰਿਹਾ। 29ਵੇਂ ਦਿਨ ਇੱਕ ਫਿਰ ਮੁੜ ਤੋਂ ਜਿਹੜਾ ਸੀ ਉਹ ਪੱਤਰ ਭੇਜਿਆ ਗਿਆ, ਇੱਕ ਲੈਟਰ ਭੇਜਿਆ ਗਿਆ, ਉਹਦੇ ਦੇ ਵਿੱਚ ਮੀਟਿੰਗ ਦੇ ਹੋਣ ਦੇ ਲਈ ਗੱਲ ਕੀਤੀ ਗਈ, ਲੇਕਿਨ ਉਹਦੇ ਲਈ ਫਿਰ ਤੋਂ ਜਿਹੜੇ ਸੀ ਉਹ ਕਿਸਾਨ ਰਾਜੀ ਨਹੀਂ ਹੋਏ। ਉਹਨਾਂ ਨੇ ਲਿਖਿਤ ਤੌਰ ਤੇ ਉਸ ਦਾ ਰਿਪਲਾਈ ਕਰਤਾ, ਲੇਕਿਨ ਉਸ ਤੋਂ ਪਹਿਲਾਂ 20 ਤਰੀਕ ਨੂੰ ਜਿਹੜਾ ਸੀ ਉਹ ਲੈਟਰ ਭੇਜਿਆ ਗਿਆ ਸੀ। 5 ਦਿਨਾਂ ਤੋਂ ਬਾਅਦ ਜਿਹੜਾ ਇੱਕ ਫਿਰ ਲੈਟਰ ਭੇਜਿਆ ਗਿਆ ਸੀ। ਜਿਹੜਾ 20 ਤਰੀਕ ਨੂੰ ਲੈਟਰ ਭੇਜਿਆ ਗਿਆ ਸੀ ਉਹ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦੇ ਜਿਹੜੇ ਦਰਸ਼ਨਪਾਲ ਨੇ ਉਹਨਾਂ ਨੂੰ ਉਹ ਲੈਟਰ ਭੇਜਿਆ ਸੀ ਪਰਸਨਲੀ, ਉਹਨਾਂ ਨੇ ਉਸ ਦਾ ਰਿਪਲਾਈ ਕਰਤਾ ਸੀ। ਲੇਕਿਨ ਅੱਜ ਜਿਹੜਾ ਰਿਪਲਾਈ ਕੀਤਾ ਕਿਸਾਨ ਜਥੇਬੰਦੀਆਂ ਵੱਲੋਂ, ਕਿਸਾਨ ਏਕਤਾ ਮੋਰਚਾ ਵੱਲੋਂ, ਉਹਦੇ ਵਿੱਚ ਜੇਕਰ ਉਸ ਲੈਟਰ ਦੀ, ਉਸ ਈਮੇਲ ਦੀ ਗੱਲ ਕਰੀਏ, ਜਿਹੜਾ ਸਰਕਾਰ ਨੇ ਮੀਟਿੰਗ ਲਈ ਗੱਲ ਕਹੀ ਸੀ, ਉਹਦਾ ਜਿਹੜਾ ਰਿਪਲਾਈ ਕੀਤਾ ਤਾਂ ਉਸ ਰਿਪਲਾਈ ਦੇ ਦੂਜੇ ਪੈਰੇ 'ਚ ਲਿਖਿਆ ਹੋਇਆ ਕਿ ਇਹ ਕਿਸੇ ਇੱਕ ਜਥੇਬੰਦੀ ਜਾਂ ਇੱਕ ਬੰਦੇ ਦਾ ਰਿਪਲਾਈ ਨਹੀਂ ਹੈ, ਇਹ ਸੰਯੁਕਤ ਜਿਹੜਾ ਕਿਸਾਨ ਏਕਤਾ ਮੋਰਚਾ ਉਹਦਾ ਰਿਪਲਾਈ ਹੈ। ਜਿਹੜੇ ਵੀ ਜਥੇਬੰਦੀਆਂ ਦੇ ਆਗੂ ਸਿੰਘੂ ਬਾਰਡਰ ਤੇ ਮੌਜੂਦ ਨੇ, ਉਹਨਾਂ ਦੇ ਮੀਟਿੰਗ ਦੇ ਵਿੱਚ ਕੀ ਕੁਝ ਫੈਸਲੇ ਲਿੱਤੇ ਗਏ ਨੇ, ਉਹ ਰਿਪਲਾਈ ਉਹਨਾਂ ਨੇ 6 ਪੈਰਾਗ੍ਰਾਫ ਬਣਾ ਕੇ ਜਿਹੜਾ ਸੀ ਅੱਜ ਦੂਜੇ ਵਾਰੀ ਜਿਹੜਾ ਲੈਟਰ ਭੇਜਿਆ ਗਿਆ ਸੀ ਕੇਂਦਰ ਸਰਕਾਰ ਦੇ ਸੈਕਟਰੀ ਵਿਵੇਕ ਵੱਲੋਂ, ਉਹਨਾਂ ਦੇ ਰਿਪਲਾਈ ਨੂੰ ਮੇਲ ਦੇ ਤੌਰ ਤੇ ਭੇਜਿਆ ਗਿਆ। 6 ਪੈਰਾਗ੍ਰਾਫ ਨਹੀਂ, 6 ਪੈਰਾਗ੍ਰਾਫਾਂ ਦੇ ਵਿੱਚ ਅਲੱਗ-ਅਲੱਗ ਗੱਲ ਕਹੀ ਗਈ ਹੈ, ਲੇਕਿਨ ਦੂਜਾ ਜਿਹੜੀ ਸਭ ਤੋਂ ਵੱਡੀ ਗੱਲ ਦੂਜੇ ਪੈਰਾਗ੍ਰਾਫ ਦੇ ਵਿੱਚ ਕਹੀ ਹੈ ਤੇ ਉਹਦੇ ਵਿੱਚ ਉਹਨਾਂ ਨੇ ਜ਼ਿਕਰ ਕੀਤਾ ਕਿ ਅੱਜ ਤੋਂ 5 ਦਿਨ ਪਹਿਲਾਂ ਜਿਹੜਾ 20 ਤਰੀਕ ਨੂੰ ਲੈਟਰ ਭੇਜਿਆ ਸੀ ਉਹ ਸਿਰਫ ਇੱਕ ਬੰਦੇ ਨੂੰ ਭੇਜਿਆ ਸੀ ਤੇ ਉਹਨੇ ਉਹਦਾ
ਰਿਪਲਾਈ ਦਿੱਤਾ ਸੀ। ਲੇਕਿਨ ਅੱਜ ਜਿਹੜਾ ਸੰਯੁਕਤ ਰਿਪਲਾਈ ਹੈ ਤੇ ਸਰਕਾਰ ਨਾਲ ਹੁਣ ਗੱਲਬਾਤ ਦੀ ਅਜੇ ਕੋਈ ਸੰਭਾਵਨਾ ਜਿਹੜੀ ਹੈ ਕਿਸਾਨ ਜਥੇਬੰਦੀਆਂ ਵੱਲੋਂ ਬਣਦੀ ਹੋਈ ਨਜ਼ਰ ਨਹੀਂ ਆ ਰਹੀ। ਲੇਕਿਨ ਜੇਕਰ ਗੱਲ ਕਰੀਏ ਤਾਂ ਸਥਿਤੀ ਜਿਹੜੀ ਆ ਉਹ ਲਗਾਤਾਰ ਵਿਗੜਦੀ ਨਜ਼ਰ ਆ ਰਹੀ ਆ। ਗੱਲ ਦੂਜੇ ਪਾਸੇ ਆਂਦੀ ਹੈ ਰਾਜਨੀਤੀ ਦੀ। ਰਾਜਨੀਤੀ ਵੀ ਇਹਦੇ ਖੂਬ ਹੋ ਰਹੀ ਆ, ਸਿਆਸੀ ਰੋਟੀਆਂ ਵੀ ਖੂਬ ਸੇਕੀਆਂ ਜਾ ਰਹੀਆਂ ਨੇ ਤੇ ਤਸਵੀਰਾਂ ਵੱਖ-ਵੱਖ ਥਾਵਾਂ ਦੀਆਂ ਕਿਸਾਨ ਜਥੇਬੰਦੀਆਂ ਦੀਆਂ, ਕਿਸਾਨ ਅੰਦੋਲਨ ਦੀਆਂ ਵੀ ਵੱਖ-ਵੱਖ ਤਰੀਕੇ ਦੀਆਂ ਵੱਖ-ਵੱਖ ਜਗ੍ਹਾ ਤੋਂ ਵੱਖ-ਵੱਖ ਆ ਰਹੀਆਂ ਨੇ। ਕਿਸਾਨ ਅੰਦੋਲਨ ਦਾ 9ਵਾਂ ਦਿਨ ਸੀ। ਰਾਸ਼ਟਰਪਤੀ ਰਾਮਨਾਥ ਕੋਵਿੰਦ ਨੂੰ ਕਾਂਗਰਸ ਦੇ ਕਾਫੀ ਵੱਡੇ ਲੀਡਰ ਜਿਹੜੇ ਸੀ ਉਹ ਮੰਗ ਪੱਤਰ ਦੇਣ ਪਹੁੰਚੇ। ਉਸ ਦੌਰਾਨ ਉਹਨਾਂ ਦੀਆਂ ਗ੍ਰਿਫਤਾਰੀਆਂ ਵੀ ਹੋਈਆਂ। ਰਾਹੁਲ ਗਾਂਧੀ ਤੇ ਉਹਨਾਂ ਨਾਲ 2 ਵੱਡੇ ਹੋਰ ਲੀਡਰ ਸੀ ਉਹ ਪ੍ਰੋਟੋਕੋਲ ਤੇ ਕੋਰੋਨਾ ਦੀ ਸਥਿਤੀ ਨੂੰ ਦੇਖਦੇ ਹੋਏ ਸਿਰਫ 3 ਲੀਡਰ ਜਿਹੜੇ ਸੀ ਉਹ ਰਾਸ਼ਟਰਪਤੀ ਭਵਨ ਦੇ ਅੰਦਰ ਜਾ ਕੇ ਰਾਸ਼ਟਰਪਤੀ ਰਾਮਨਾਥ ਕੋਵਿੰਦ ਨੂੰ ਲਿਖਿਤ ਦੇ ਵਿੱਚ ਇਸ ਕਾਨੂੰਨ ਦੇ ਸੰਬੰਧ 'ਚ ਕਦਮ ਚੁੱਕਣ ਦੀ ਅਪੀਲ ਕਰਕੇ ਆਏ ਤੇ ਉਹਨਾਂ ਨੇ ਉਹ ਫਾਈਲ ਵੀ ਦਿੱਤੀ ਜਿਹਦੇ 'ਚ ਕਰੋੜਾਂ ਦੇਸ਼ ਵਾਸੀਆਂ ਦੇ ਜਿਹੜੇ ਨੇ ਉਹ ਸਾਈਨ ਕਰਵਾਏ ਗਏ ਨੇ। ਲੇਕਿਨ ਜਦ ਇੱਕ ਪਾਸੇ ਉਹਨਾਂ ਨੇ ਇਹ ਫਾਈਲ ਦਿੱਤੀ ਤਾਂ ਦੂਜੇ ਪਾਸੇ ਪ੍ਰਿਯੰਕਾ ਗਾਂਧੀ, ਪਰਨੀਤ ਕੌਰ ਜਾਂ ਜਿਹੜੇ ਹੋਰ ਸੰਸਦ ਮੈਂਬਰ ਸੀ ਜਾਂ ਹੋਰ ਜਿਹੜੇ ਕਾਂਗਰਸ ਦੇ ਉੱਥੇ ਲੀਡਰ ਸੀ ਉਹਨਾਂ ਨੂੰ ਜਿਹੜੀ ਆ ਦਿੱਲੀ ਪੁਲਿਸ ਵੱਲੋਂ ਹਿਰਾਸਤ ਦੇ ਵਿੱਚ ਲਿੱਤਾ ਗਿਆ। 1.5 ਘੰਟੇ ਹਿਰਾਸਤ ਦੇ ਵਿੱਚ ਰੱਖਿਆ ਗਿਆ। ਲੇਕਿਨ ਉਸ ਤੋਂ ਹਿਰਾਸਤ ਤੋਂ ਰੱਖਣ ਤੋਂ ਬਾਅਦ ਜਿਹੜਾ ਸੀ ਨਰਿੰਦਰ ਸਿੰਘ ਤੋਮਰ ਦਾ ਇੱਕ ਬਿਆਨ ਆਇਆ। ਜਦ ਰਾਹੁਲ ਗਾਂਧੀ ਉੱਥੋਂ ਮੁੜ ਕੇ ਵਾਪਸ ਆਏ ਤਾਂ ਉਹਨਾਂ ਨੇ ਜੋ ਕੁਝ ਪ੍ਰਤੀਕਿਰਿਆ ਦਿੱਤੀਆਂ ਤਾਂ ਨਰਿੰਦਰ ਤੋਮਰ ਨੇ ਰਾਸ਼ਟਰਪਤੀ ਨਾਲ ਮੁਲਾਕਾਤ ਕਰਨ ਤੇ ਰਾਹੁਲ ਗਾਂਧੀ ਦੀ ਜਿਹੜੀ ਇਸ कारगुजारी ਨੂੰ ਲੈ ਕੇ ਕੀ ਕੁਝ ਕਿਹਾ ਆਓ ਤੁਹਾਨੂੰ ਸੁਣਾਉਂਦੇ ਹਾਂ। और आज वो जब राष्ट्रपति महोदय के पास विरोध व्यक्त करने के लिए गए तो मुझे ये सब किसान खड़े हुए हैं। मैंने इनसे पूछा तो उन्होंने कहा कोई दस्तखत कराने नहीं आया कांग्रेस का आदमी। ਤੁਸੀਂ ਸੁਣਿਆ ਖੇਤੀਬਾੜੀ ਮੰਤਰੀ ਨੇ ਨਰਿੰਦਰ ਤੋਮਰ, ਉਹਨਾਂ ਨੇ ਕੀ ਕੁਝ ਰਾਹੁਲ ਗਾਂਧੀ ਤੇ ਕਾਂਗਰਸ ਬਾਰੇ ਕਿਹਾ ਤੇ ਦੂਜੇ ਪਾਸੇ ਕਾਂਗਰਸ ਦੀ ਕਾਫੀ ਕਦਾਵਰ ਨੇਤਾ ਨੇ ਪ੍ਰਿਯੰਕਾ ਗਾਂਧੀ ਜਦ ਉਹ ਧਰਨੇ ਤੇ ਬਹਿ ਗਈ ਅੰਦੋਲਨ ਦੇ ਵਿੱਚ ਕਿਸਾਨਾਂ ਨਾਲ ਜਿਹੜੀ ਮੁੰਡੇ ਨਾਲ ਮੁੰਡਾ ਜੋੜ ਕੇ ਖੜੇ ਹੋਣ ਵਾਲੀ ਸੀ, ਉਹਨਾਂ ਨੇ ਇੱਕੋ ਗੱਲ ਕਹੀ ਕਿ ਜਿਹੜੀ ਮੁਲਕ ਦੀ ਸਰਕਾਰ ਮੁਲਕ ਦੀ ਜਨਤਾ ਦੀ ਆਵਾਜ਼ ਸੁਣੇ ਤੇ ਇਹਨਾਂ ਕਾਨੂੰਨਾਂ ਨੂੰ ਜਿਹੜਾ ਉਹਨਾਂ ਰੱਦ ਕਰ ਦੇਣਾ ਚਾਹੀਦਾ। ਉਹਨਾਂ ਨੇ ਕੀ ਕੁਝ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਿਹਾ ਆ ਤੁਹਾਨੂੰ ਸੁਣਾਉਂਦੇ ਹਾਂ। क्या इसमें सॉल्यूशन है? सलूशन ये है कि किसानों की आवाज सुनिए, यही तो सलूशन है। ये एक लोकतंत्र है, आप सब शायद भूल गए हैं, लेकिन देश की आवाज को सुनना एक नेता का काम होता है, एक सरकार का काम होता है। सरकार जनता के प्रति जवाबदेह है, किसान के प्रति जवाबदेह है। जिन जवानों की बात करते हैं हम, वो किसानों के बच्चे हैं, किसानों के बेटे हैं। क्या उनके माता पिता की आवाज नहीं सुननी चाहिए? ਨਰਿੰਦਰ ਤੋਮਰ ਦਾ ਵੀ ਤੁਸੀਂ ਬਿਆਨ ਸੁਣਿਆ। ਰਾਹੁਲ ਗਾਂਧੀ ਨੇ ਕੀ ਕੁਝ ਕਿਹਾ ਉਹ ਵੀ ਤੁਹਾਨੂੰ ਸੁਣਾਵਾਂਗੇ। ਉਹਨਾਂ ਨੇ ਸਭ ਤੋਂ ਪਹਿਲਾਂ ਕਾਨੂੰਨ ਨੂੰ ਰੱਦ ਕਰਨ ਦੀ ਗੱਲ ਕਿਵੇਂ ਕਹੀ ਜਦ ਉਹ ਰਾਸ਼ਟਰਪਤੀ ਨੂੰ ਮਿਲ ਕੇ ਆਏ, ਆਓ ਅਸੀਂ ਵੀ ਸੁਣਦੇ ਹਾਂ। और मैं प्रधानमंत्री जी से कहना चाहता हूं कि ये किसान हटेगा नहीं। प्रधानमंत्री को ये नहीं सोचना चाहिए कि किसान और मजदूर घर चले जाएंगे, नहीं जाएंगे। जब तक ये कानून वापस नहीं लिया जाएगा, जॉइंट सेशन कीजिए और कानून को एकदम वापस लीजिए, क्योंकि किसान वापस नहीं जाने वाला है। और हम सब विपक्ष की सब पार्टियां किसानों के साथ, मजदूरों के साथ खड़े हैं और खड़े रहेंगे। जिस प्रकार से ये कानून पास किया गया वो भी बिल्कुल गलत था। बिना डिबेट किए, बिना किसानों से चर्चा किए, बिना मजदूरों से पूछे ये कानून ऊपर से थोप दिए गए और इन कानूनों को हटाना ही पड़ेगा, विद्रॉ करना ही पड़ेगा। ਰਾਹੁਲ ਗਾਂਧੀ ਦੀ ਤੁਸੀਂ ਕਾਨੂੰਨਾਂ ਨੂੰ ਲੈ ਕੇ ਤਾਂ ਗੱਲ ਸੁਣ ਲਈ, ਲੇਕਿਨ ਇੱਕ ਹੋਰ ਵੀ ਵੱਡਾ ਬਿਆਨ ਰਾਹੁਲ ਗਾਂਧੀ ਨੇ ਦਿੱਤਾ ਕਿ ਰਾਹੁਲ ਗਾਂਧੀ ਨੇ ਇਹ ਵੀ ਕਿਹਾ ਕਿ ਜੋ ਵੀ ਭਾਜਪਾ ਖਿਲਾਫ ਜਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਖਿਲਾਫ ਖੜਾ ਹੁੰਦਾ ਉਹਨੂੰ ਆਤੰਕਵਾਦੀ ਕਰਾਰ ਦੇ ਦਿੱਤਾ ਜਾਂਦਾ। ਇਹ ਗੱਲ ਅੱਜ ਰਾਹੁਲ ਗਾਂਧੀ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਉਸ ਵੇਲੇ ਕਹੀ ਜਦ ਉਹ ਰਾਸ਼ਟਰਪਤੀ ਨੂੰ ਮੰਗ ਪੱਤਰ ਦੇ ਕੇ ਵਾਪਸ ਆ ਚੁੱਕੇ ਸੀ। ਉਹਨਾਂ ਨੇ ਇਹਦੇ ਨਾਲ ਇੱਕ ਹੋਰ ਵੀ ਵੱਡੀ ਗੱਲ ਕਹੀ ਜਦ ਆਰਐਸਐਸ ਦੀ ਗੱਲ ਆਉਂਦੀ ਆ। ਉਹਨਾਂ ਨੇ ਕਿਹਾ ਆਰਐਸਐਸ ਦੇ ਪ੍ਰਮੁੱਖ ਦਾ ਨਾਮ ਲੈਂਦੇ ਹੋਏ ਕਿ ਅਸ਼ੋਕ ਭਾਗਵਤ ਜੇਕਰ ਨਰਿੰਦਰ ਮੋਦੀ ਦੇ ਖਿਲਾਫ ਬੋਲਣਗੇ ਤਾਂ ਉਹਨਾਂ ਨੂੰ ਵੀ ਕੀ ਆਤੰਕਵਾਦੀ ਕਰਾਰ ਦੇ ਦਿੱਤਾ ਜਾਏਗਾ। जो भी नरेंद्र मोदी जी के खिलाफ खड़े होते हैं वो उनके बारे में कुछ ना कुछ गलत बोलते रहते हैं। किसान खड़े हो जाएंगे तो किसान को आतंकवादी बोलेंगे, मजदूर खड़े हो जाएंगे तो मजदूर को आतंकवादी बोलेंगे। एक दिन अगर मोहन भागवत खड़े हो गए तो कहेंगे ये भी आतंकवादी। मतलब जो भी नरेंद्र मोदी जी से सत्ता लेने की कोशिश करेगा वो आतंकवादी।
और नरेंद्र मोदी किसके लिए काम कर रहे हैं वो मैंने आपको बता दिया। उनके 2-3 आसपास के क्रोनी कैपिटलिस्ट हैं जिनको वो पूरा हिंदुस्तान पकड़ा रहे हैं। ये रियलिटी है। ਰਾਹੁਲ ਗਾਂਧੀ ਇੱਥੇ ਨਹੀਂ ਰੁਕੇ। ਕਿਸਾਨੀ ਅੰਦੋਲਨ ਤੇ ਆਪਣਾ ਸਟੈਂਡ ਲੈਂਦੇ ਹੋਏ ਕਾਂਗਰਸ ਦਾ ਪੱਖ ਰੱਖਦੇ ਹੋਏ ਰਾਹੁਲ ਗਾਂਧੀ ਨੇ ਇਹ ਵੀ ਕਿਹਾ ਕਿ ਤੁਸੀਂ ਸਿਰਫ ਕਿਸਾਨ ਅੰਦੋਲਨਾਂ ਨੂੰ ਦੇਖੋ। ਉਹਨਾਂ ਨੇ ਚੀਨ ਦੀ ਜਿਹੜੀ ਤੇ ਭਾਰਤ ਦੀ ਜਿਹੜੀ ਗਤੀਵਿਧੀ ਚੱਲ ਰਹੀ ਹੈ, ਜੋ ਵਿਵਾਦ ਪਿਛਲੇ 8-9 ਮਹੀਨਿਆਂ ਤੇ ਚੱਲ ਰਿਹਾ ਚੀਨ ਤੇ ਭਾਰਤ ਦਾ, ਉਸ ਵਿਵਾਦ ਤੇ ਵੀ ਇਸ਼ਾਰਿਆਂ ਦੇ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਕੇਂਦਰ ਦੀ ਮੋਦੀ ਸਰਕਾਰ ਤੇ ਨਿਸ਼ਾਨਾ ਸਾਧਿਆ। ਉਹਨਾਂ ਨੇ ਕਿਹਾ ਕਿ ਦੇਸ਼ ਦੇ ਬਾਹਰ ਸਾਡੇ ਜਵਾਨ ਸਰਹੱਦਾਂ ਤੇ ਰੱਖਿਆ ਕਰ ਰਹੇ ਨੇ ਤੇ ਦੇਸ਼ ਦੇ ਅੰਦਰ ਸਾਡਾ ਅੰਨਦਾਤਾ ਕਿਸ ਸਥਿਤੀ 'ਚ ਆ ਉਹ ਵੀ ਉਹਨਾਂ ਨੇ ਜ਼ਾਹਿਰ ਕੀਤੀ। ਤੇ ਇਹਦੇ ਨਾਲ ਇਹ ਵੀ ਕਿਹਾ, ਜਦ ਪੱਤਰਕਾਰ ਨੇ ਲੋਕਤੰਤਰ ਨੂੰ ਲੈ ਕੇ ਸਵਾਲ ਪੁੱਛੇ ਤਾਂ ਉਹਨਾਂ ਨੇ ਕਿਹਾ ਕਿ ਇਸ ਮੁਲਕ 'ਚ ਤਾਂ ਲੋਕਤੰਤਰ ਹੈ नहीं। ਇਹਦੇ ਨਾਲ उन्होंने मीडिया वालियां नूं भी एक नसीहत दी। और दूसरी बात याद रखिए, जिस चीज को आप सब भूल गए हैं, चाइना बॉर्डर पे बैठा है। चाइना ने हिंदुस्तान की हजारों किलोमीटर जमीन छीन ली है। प्रधानमंत्री उनके बारे में क्यों नहीं कहते? उसके बारे में चुप क्यों है? तो मेरा कहना है कि पूरा का पूरा कॉम्बिनेशन बन रहा है। एक तरफ आप अपने सिस्टम को तोड़ रहे हो, आप अपने लोगों को लड़ा रहे हो, आप अपने किसान को मार रहे हो, मजदूर को मार रहे हो, और दूसरी तरफ बाहर से फोर्सेस देख रही हैं, कह रहे हैं कि बहुत अच्छा है, नरेंद्र मोदी हिंदुस्तान को कमजोर कर रहा है और हमारे लिए अच्छी अपॉर्चुनिटी बनने जा रही है। मैं देश को बता रहा हूं, मैं वार्निंग दे रहा हूं कि आप देखिए क्या हो रहा है। और मैं आपको भी कह रहा हूं, प्रेस वालों को भी कह रहा हूं, मैं समझता हूं कि आपको सैलरी मिलती है और आपके लिए बहुत मुश्किल है, मैं समझता हूं बात, इसलिए आप नहीं कह पाते हो जो आपको कहना है, मगर आपके देश को, हमारे देश को बहुत जबरदस्त नुकसान होने वाला है। बहुत डेंजरस रास्ते पर यह देश चल रहा है। कांग्रेस के तमाम एमपीज को इंक्लूडिंग प्रियंका जी को भी जो है डिटेन करे, उस पर आपको वो तो तरीका है, इनका तरीका है डिटेन करना, मारना पीटना, ये इनका तरीका है। बट हम नहीं करते। आपको लगता है सही है? ये आप किस देश की बात कर रहे हो? ये कौन सी देश की बात कर रहे हो? डेमोक्रेसी या मतलब कौन से देश की बात कर रहे हो? इंडिया की बात कर रहे हो? इंडिया में कोई डेमोक्रेसी नहीं है। डेमोक्रेसी इंडिया में ये मतलब आपके इमेजिनेशन में हो सकती है, मगर रियलिटी में है नहीं। ਜਦੋਂ ਤੋਂ ਕਿਸਾਨ ਅੰਦੋਲਨ ਉੱਗਰ ਹੋ ਗਿਆ, ਕਿਹਾ ਜਾ ਰਿਹਾ ਕਿ 30 ਦਿਨ ਹੋਣ ਵਾਲੇ ਨੇ, ਲੇਕਿਨ ਪਿਛਲੇ 3-4 ਮਹੀਨੇ ਤੋਂ ਜਦੋਂ ਦਾ ਇਹ ਕਾਨੂੰਨ ਬਣਿਆ ਉਦੋਂ ਤੋਂ ਕਿਸਾਨ ਜਿਹੜੇ ਸੀ ਉਹ ਇਹਦਾ ਵਿਰੋਧ ਕਰ ਰਹੇ ਸੀ। ਲੇਕਿਨ ਦਿੱਲੀ ਤੇ ਡਟੇ ਕਿਸਾਨਾਂ ਦਾ ਦਿੱਲੀ ਪਹੁੰਚੇ ਜਿੰਨੇ ਹੋ ਗਏ ਨੇ ਉਹ 30ਵਾਂ ਦਿਨ ਚੜ੍ਹਨ ਵਾਲਾ, ਤੇ 30 ਦਿਨ ਤੋਂ ਲਗਾਤਾਰ ਜਿਹੜੀਆਂ ਨੇ ਉਹ ਪਲ ਦੀਆਂ ਸਥਿਤੀਆਂ, ਪਲ ਦੀਆਂ ਤਸਵੀਰਾਂ ਸਕਾਈ ਨਿਊਜ਼ ਪੰਜਾਬ ਤੁਹਾਡੇ ਨਾਲ ਸਾਂਝਾ ਕਰਦਾ ਰਿਹਾ। ਹੁਣ ਸਥਿਤੀ ਇਹ ਕੁਝ ਬਣ ਗਈ ਆ ਕਿ ਰਾਹੁਲ ਗਾਂਧੀ ਨੇ ਇਹ ਗੱਲ ਕਹੀ ਆ ਜੋ ਸ਼ਾਇਦ ਅੱਜ ਆਮ ਲੋਕੀ ਵੀ ਬੋਲਣ ਲੱਗ ਪਏ ਨੇ, ਜੋ ਕਿਸਾਨਾਂ ਦੇ ਹੱਕ ਦੇ ਵਿੱਚ ਖੜੇ ਨੇ, ਕਿਸਾਨਾਂ ਦੇ ਸਮਰਥਨ 'ਚ ਖੜੇ ਨੇ, ਤੇ ਜੋ ਹਰ ਪਲ ਕਹਿੰਦੇ ਨੇ ਕਿ ਇਸ ਕਾਲੇ ਕਾਨੂੰਨ ਨੂੰ ਜੋ ਲੋਕਾਂ ਵੱਲੋਂ ਦੱਸਿਆ ਜਾ ਰਿਹਾ, ਇਸ ਖੇਤੀਬਾੜੀ ਕਾਨੂੰਨ ਨੂੰ ਰੱਦ ਕਰ ਦਿੱਤਾ ਜਾਵੇ। ਤੇ ਰਾਹੁਲ ਗਾਂਧੀ ਨੇ ਵੀ ਇਹਨੂੰ ਲੈ ਕੇ ਇੱਕ ਬੜਾ ਬਿਆਨ ਦਿੱਤਾ ਕਿ ਦੇਸ਼ ਦੀ ਆਰਥਿਕ ਸਥਿਤੀ ਵਿਗੜ ਰਹੀ ਹੈ, ਦੇਸ਼ ਨੂੰ ਨੁਕਸਾਨ ਹੋ ਰਿਹਾ, ਤੇ किसान भी समझ चुके ने कि नरेंद्र मोदी किदे इशारियां ते काम कर रहे हैं। और आज मैं फिर से बोल रहा हूं, किसान के सामने, मजदूर के सामने कोई भी शक्ति नहीं खड़ी हो सकती है। अगर प्रधानमंत्री जी ने कानून वापस नहीं लिए, सिर्फ बीजेपी को नहीं, सिर्फ आरएसएस को नहीं, देश को नुकसान होने जा रहा है। बीजेपी, नरेंद्र मोदी जी का एक ही लक्ष्य है और वो किसान समझ गया है, मजदूर समझ गया है। लक्ष्य है कि उनके आसपास जो 2-3-4 बड़े क्रोनी कैपिटल्स हैं, उनके लिए पैसे बनाने का काम नरेंद्र मोदी जी करते हैं। ਤੁਸੀਂ ਸੁਣੇ ਰਾਹੁਲ ਗਾਂਧੀ ਨੇ ਕੀ ਕੁਝ ਕਿਹਾ, ਪ੍ਰਿयंका ਗਾਂਧੀ ਨੇ, ਤੇ ਉਹਨਾਂ ਦੇ ਅੱਜ ਦੀ ਕਾਰਵਾਈ ਤੇ ਜਿਹੜੇ ਰਾਸ਼ਟਰਪਤੀ ਨੂੰ ਮਿਲ ਕੇ ਆਏ ਤੇ ਉਹਦੇ ਤੇ ਨਰਿੰਦਰ ਤੋਮਰ ਨੇ ਕੀ ਕਿਹਾ। ਖੈਰ ਰਾਜਨੀਤੀ ਹੈ, ਲੇਕਿਨ ਰਾਜਨੀਤੀ ਦਾ ਇੱਕ ਹੋਰ ਰੂਪ ਦੇਖਣ ਨੂੰ ਮਿਲਿਆ, ਉਹਦੇ ਤੇ ਕਿੰਨੀ ਕੀ ਸੱਚਾਈ ਆ ਉਹ ਵੀ ਤੁਹਾਨੂੰ ਅੱਜ ਇਸ ਖਬਰ ਦੇ ਜ਼ਰੀਏ ਦੱਸਾਂਗੇ। ਕਿਉਂਕਿ ਅੱਜ ਦਿੱਲੀ ਜਲ ਬੋਰਡ ਦੇ ਦਫ਼ਤਰ ਤੇ ਚੇਅਰਮੈਨ ਜਿਹੜੇ ਰਾਘਵ ਚੱਡਾ ਨੇ, ਉਹਨਾਂ ਦੇ ਦਫ਼ਤਰ ਤੇ ਅੱਜ ਜਿਹੜਾ ਹਮਲਾ ਕੀਤਾ ਗਿਆ, ਉਹ ਹਮਲੇ ਦਾ ਇਲਜ਼ਾਮ ਜਿਹੜਾ ਉਹ
ਭਾਜਪਾ ਵਾਲਿਆਂ ਤੇ ਲਾ ਦਿੱਤਾ ਗਿਆ। ਤੁਸੀਂ ਇਹ ਤਸਵੀਰਾਂ ਵੀ ਨਾਲ ਦੇ ਨਾਲ ਦੇਖਦੇ ਰਹੋ। ਇਹਨਾਂ ਤਸਵੀਰਾਂ ਦੇ ਵਿੱਚ ਤੁਸੀਂ ਵੇਖੋਗੇ ਇਹ ਆਮ ਆਦਮੀ ਪਾਰਟੀ ਵੱਲੋਂ ਸੋਸ਼ਲ ਮੀਡੀਆ ਤੇ ਸ਼ੇਅਰ ਕੀਤੀਆਂ ਗਈਆਂ ਤਸਵੀਰਾਂ ਨੇ। ਇਹਨਾਂ ਤਸਵੀਰਾਂ ਵਿੱਚ ਜਿਹੜੇ ਨੇ ਆਦੇਸ਼ ਗੁਪਤਾ ਨੂੰ ਜਿਹੜਾ ਉਹ ਸਰਕਲ ਕੀਤਾ ਗਿਆ ਆਮ ਆਦਮੀ ਪਾਰਟੀ ਵੱਲੋਂ, ਕਿਉਂਕਿ ਜਿਸ ਤਰੀਕੇ ਨਾਲ ਇੱਥੇ ਹੱਲਾ ਬੋਲਿਆ ਗਿਆ ਭਾਜਪਾ ਵੱਲੋਂ ਦਿੱਲੀ ਜਲ ਬੋਰਡ ਦੇ ਅੰਦਰ ਦੀਆਂ ਇਹ ਤਸਵੀਰਾਂ ਨੇ, ਜਿੱਥੇ ਆਮ ਆਦਮੀ ਪਾਰਟੀ ਵੱਲੋਂ ਇਹ ਵੀ ਕਿਹਾ ਜਾ ਰਿਹਾ ਕਿ ਉਹਨਾਂ ਨੇ ਇੱਥੇ ਭਾਜਪਾ ਵਾਲਿਆਂ ਨੇ ਆ ਕੇ ਜਿਹੜੀ ਉਹ ਤੋੜ-ਫੋੜ ਕੀਤੀ ਤੇ ਮਾਹੌਲ ਇੰਨਾ ਕੀ ਖਰਾਬ ਹੋ ਗਿਆ ਕਿ ਉੱਥੇ ਜਿਹੜੇ ਮਹਿਲਾ ਵਰਕਰ ਮੌਜੂਦ ਸੀਗੀਆਂ ਜਾਂ ਹੋਰ ਜਿਹੜੇ ਲੋਕ ਮੌਜੂਦ ਸੀਗੇ ਉਹ ਭਾਜਪਾ ਦੇ ਇਸ ਕਾਰਗੁਜ਼ਾਰੀ ਤੇ ਉਹ ਲੋਕ ਜਿਹੜੇ ਸੀ ਉਹ ਡਰ ਗਏ। ਤੇ ਇਹਦੇ ਨਾਲ ਇਹਨਾਂ ਤਸਵੀਰਾਂ ਦੇ ਨਾਲ ਰਾਘਵ ਚੱਡਾ ਦਾ ਉਹ ਬਿਆਨ ਵੀ ਤੁਹਾਨੂੰ ਸੁਣਾਉਂਦੇ ਆ ਕਿ ਜਿਹਦੇ ਤੇ ਉਹਨਾਂ ਨੇ ਕਿਹਾ ਕਿ ਉਹ ਕਿਸਾਨ ਅੰਦੋਲਨ ਨੂੰ ਜਦੋਂ ਤੋਂ ਸਮਰਥਨ ਕਰ ਰਹੇ ਨੇ ਤੇ ਹੁਣ ਉਹਨਾਂ ਨੂੰ ਧਮਕੀਆਂ ਆਣਾ ਵੀ ਸ਼ੁਰੂ ਹੋ ਗਈਆਂ ਨੇ। अभी भारतीय जनता पार्टी के गुंडे तमाम नेता दिल्ली जल बोर्ड के मुख्यालय पर आए, झंडेवालान में स्थित ये मुख्यालय है, और पूरे ऑफिस को तोड़ फोड़ दी, पूरे ऑफिस को वैंडलाइज किया गया। आप मेरे पीछे देख सकते हैं पूरे ग्लास फर्श पे बिखरा हुआ है, ग्लास तोड़ दिए, गमले तोड़ दिए, स्टाफ पर अटैक किया गया, दरवाजे तोड़ दिए, बेंचेस उखाड़ दिए, अरविंद केजरीवाल जी की फ़ोटो थी उसे तोड़ दिया, उसे दीवार से खींचकर फ़ोटो फाड़ दी, और बुरी तरीके से हमारे ऑफिस को अभी वैंडलाइज किया गया है। हमारा स्टाफ घबराया हुआ है, कुछ लोग जो हमारे यहाँ पे महिलाएं काम करती हैं वो घबराई हुई हैं, वो कमरे से तक निकलने में भी घबरा रही हैं। कुछ लोगों के मुंह से खून आ रहा है, फर्श पे खून की बूंदें पड़ी हुई हैं। बुरी तरीके से उन्होंने पूरे ऑफिस को तहस नहस कर दिया, और ये भारतीय जनता पार्टी ने क्यों करा ये समझना अति आवश्यक है। जो ये भाजपा के गुंडे आए उन्होंने मेरा नाम लेके ललकारा और कहा राघव चड्डा अपने मुख्यमंत्री अरविंद केजरीवाल को समझा देना, बहुत ज़्यादा किसानों का हितैषी बनता है, बहुत ज़्यादा किसानों की तरफदारी करता है, सेवादार बनकर उनकी ज़्यादा सेवा कर रहा है, ये 3 काले कानून खारिज करने की बात कर रहा है। अपने केजरीवाल को समझा दो, किसानों के पक्ष में बोलना छोड़ दे, वरना हम एक एक करके तुम्हारे सभी विधायकों को ये मज़ा चखाएंगे। उन्होंने खुली चुनौती दी कि उस दिन हमने अरविंद केजरीवाल के घर का घेराव किया, उनको घर से बाहर नहीं निकलने दिया। उसके बाद हमने मनीष सिसोदिया जी के घर में घुसकर उनका घर तोड़ फोड़ कर दिया, और आज हमने तुम्हारे मुख्यालय पर, तुम्हारे कार्यालय पर हमला कर कर तुम्हारा प्रिंटर, तुम्हारा ऑफिस, तुम्हारे गमले, तुम्हारे शीशे, कांच, दरवाजे सब तोड़ दिया। तुम्हें हम चुनौती, धमकी, वार्निंग देकर जा रहे हैं कि किसानों के हक में बोलना छोड़ दो। यहाँ तक कि उन्होंने ये भी कहा कि तुम नए नए सह प्रभारी बने हो पंजाब के, बहुत ज़्यादा पंजाब की ओर देख रहे हो, बहुत ज़्यादा किसानों के बारे में बोल रहे हो, ये बोलना बंद कर दो वरना तुम्हारी बोलती बंद कर देंगे। और एक एक कर अब हम इस प्रकार के जानलेवा हमला आम आदमी पार्टी के हर विधायक पर, हर नेता के घर पे करेंगे, उसके ऑफिस में करेंगे। साफ धमकी देकर आज ये लोग यहाँ से गए हैं और कह कर गए हैं कि अरविंद केजरीवाल जी को बोल देना कि किसानों के हितैषी बनना बंद करें, किसानों के पक्ष में बोलना बंद करें, और जैसा नरेंद्र मोदी जी कह रहे हैं, प्रधानमंत्री मोदी जी कह रहे हैं, उनके कहने पर अरविंद केजरीवाल जी काम करेंगे। साफ धमकी देकर आज भाजपा के गुंडे यहाँ से गए। हमने बात करी है दिल्ली पुलिस में भी, गृह सचिव से भी, लेकिन ये जो पूरी कवायद हुई है, पूरा इंसिडेंट हुआ है, ये तो दिल्ली पुलिस के एक प्रकार से सहायता से, मदद से ही हुआ है। नहीं तो आज एक इतने बड़े सरकारी ऑफिस में, हमारा हेडक्वार्टर्स बहुत बड़ा है, विशाल है, कई अफसर यहाँ बैठते हैं, इतने हाई सिक्योरिटी एरिया में किसी भी साधारण व्यक्ति का आना असंभव है। इस प्रकार से पूरी भीड़ भड़क्के के साथ कई 100 लोग अगर घुस आते हैं तो ये दिखाता है कि एक प्री मेडिटेटेड अटैक भारतीय जनता पार्टी ने किया है दिल्ली पुलिस की सहायता से, और लक्ष्य स्पष्ट है, लक्ष्य बड़ा साफ है, अरविंद केजरीवाल को धमकाना, हम सबको धमकाना कि बहुत ज़्यादा हम पंजाब की ओर ना देखें, बहुत ज़्यादा हम लोग किसानों के हितैषी ना बने। तो स्टाफ को भी चोटें आई हैं? स्टाफ को चोटें आई हैं, हमारी महिला स्टाफ को चोटें आई हैं, मेल स्टाफ को चोटें आई हैं, खून की आप देखेंगे बूंदें सारी हमारे फर्श पे पड़ी हुई हैं, और कुछ लोगों को हमने हॉस्पिटल भेजा है, कुछ लोगों का यहीं पे जो हमारा एक छोटा सा क्लिनिक है जल बोर्ड में, वहाँ पर उनका इलाज चल रहा है। और जैसा कि मैंने बताया, कुछ हमारी फीमेल स्टाफ अभी भी ऑफिस में बंद हैं, जो बाहर आने से घबरा रही हैं। आपकी भी जान को खतरा है, क्योंकि अगर ऑफिस में होते तो ये तोड़फोड़ का सामना करना पड़ सकता। देखिए, जान का खतरा अवश्य है, भारतीय जनता पार्टी हम लोगों की जान का खतरा और जान पे हमला भी करना चाहती है, तभी ये जानलेवा हमला किया है। लेकिन अरविंद केजरीवाल जी ने हम सबको एक चीज़ बड़ी स्पष्ट तौर पे बोली है, और वो ये बोली है
कि मरते दम तक देश के किसान का साथ नहीं छोड़ना है। मरते दम तक ये 3 काले कानून खारिज कराने के लिए लड़ाई लड़नी है। हम इस लड़ाई को अंतिम सांस तक लड़ेंगे। भारतीय जनता पार्टी के लोग कायर हैं जो पीछे से वार करते हैं, हम लोग कायर नहीं हैं। हम अंतिम सांस तक देश के किसान के साथ खड़े हैं। ਤੁਸੀਂ ਵੇਖਿਆ ਕਿ ਕਿਸ ਤਰੀਕੇ ਨਾਲ ਭਾਜਪਾ ਵਾਲਿਆਂ ਤੇ ਬਾਕੀਆਂ ਤੇ ਇਲਜ਼ਾਮ ਕਿਵੇਂ ਲੱਗ ਰਹੇ ਨੇ। आरोप प्रत्यारोप ਦਾ ਸਿਲਸਿਲਾ ਲਗਾਤਾਰ ਜਾਰੀ ਹੈ, ਲੇਕਿਨ ਕਿਸਾਨਾਂ ਦੇ ਹੱਕ ਦੀ ਗੱਲ, ਕਿਸਾਨ ਜਿਸ ਕਾਨੂੰਨ ਨੂੰ ਰੱਦ ਕਰਨ ਦੀ ਗੱਲ ਕਹਿੰਦੇ ਨੇ ਉਹਦੇ ਤੇ ਅਦੇ ਕੋਈ ਗੱਲ ਬਣਦੀ ਹੋਈ ਨਜ਼ਰ ਨਹੀਂ ਆ ਰਹੀ। ਹਾਲਾਂਕਿ ਜੋ ਦੂਜੇ ਵਾਰੀ ਚਿੱਠੀ ਲਿਖੀ ਗਈ ਸੀ ਉਸ ਚਿੱਠੀ ਦਾ ਜਿਹੜਾ ਰਿਪਲਾਈ ਆ ਉਹ ਵੀ ਕਿਸਾਨ ਜਥੇਬੰਦੀਆਂ ਵੱਲੋਂ ਦੇ ਦਿੱਤਾ ਗਿਆ, ਲੇਕਿਨ ਕਿਸਾਨ ਅੰਦੋਲਨ ਦੇ ਨਾਲ ਨਾਲ ਅੱਜ ਤੁਹਾਨੂੰ ਪ੍ਰਧਾਨ ਮੰਤਰੀ ਵੱਲੋਂ ਜ਼ਿਕਰ ਕੀਤੇ ਗਏ ਉਸ ਅੰਦੋਲਨ ਦੀ ਵੀ ਜਾਂਦੇ ਜਾਂਦੇ ਇੱਕ गल सुनावांगे, क्योंकि अज एक नवा अंदोलन जिहड़ा वो जिक्र च आया। प्रधानमंत्री साहब ने आप जब एक वर्चुअल रैली नूं संबोधित कर रहे सी, उस रैली के दौरान कहा उन्होंने अज जांदे जांदे दस दईए कि उन्होंने भगती अंदोलन का जिहड़ा सी वो गल कही। अज के प्रोग्राम के अंत दे विच तुसीं ये भी गल सुनो कि प्रधानमंत्री ने किद्दां किसान अंदोलन नूं छड्ड के भगती अंदोलन ते फोकस किया। साथियों, जब हम स्वतंत्रता संग्राम की बात करते हैं तो हमारे मन में सीधे 19वीं और 20वीं सदी का विचार आता है। लेकिन यह भी एक तथ्य है कि इन आंदोलनों की नींव बहुत पहले रखी गई थी। भारत की आजादी के आंदोलन को सदियों पहले से चले आ रहे अनेक आंदोलनों से ऊर्जा मिली थी। भारत की आध्यात्मिक और सांस्कृतिक एकता को भक्ति आंदोलन ने मजबूत करने का काम किया था। भक्ति युग में हिंदुस्तान के हर क्षेत्र, हर इलाके, पूर्व, पश्चिम, उत्तर, दक्षिण, हर दिशा में हमारे संतों ने, महंतों ने, आचार्यों ने देश की चेतना को जागरूक रखने का अविरत, अविराम प्रयास किया। अगर दक्षिण की बात करें तो मध्वाचार्य, निम्बकाचार्य, वल्लभाचार्य, रामानुजाचार्य हुए। अगर पश्चिम की तरफ नजर करें तो मीराबाई, एकनाथ, तुकाराम, रामदास, नरसिंह मेहता। अगर उत्तर की तरफ नजर करें तो संत रामानंद, कबीरदास, गोस्वामी तुलसीदास, सूरदास, गुरु नानक देव, संत रैदास, अनगिनत महापुरुष। पूर्व की तरफ देखें, इतने सारे नाम हैं। चैतन्य महाप्रभु और श्रीमद शंकर देव जैसे संतों के विचारों से समाज को ऊर्जा मिलती रही। भक्ति काल के इसी खंड में रसखान, सूरदास, मलिक मोहम्मद जायसी, केशवदास, विद्यापति, न जाने कितने महान व्यक्तित्व हुए, जिन्होंने अपनी रचनाओं को और रचनाओं से समाज को सुधारने का भी, आगे बढ़ने का भी और प्रगति का मार्ग दिखाया। भक्ति काल में इन पुण्य आत्माओं ने जन जन के भीतर एकता के साथ खड़े होने का जज्बा पैदा किया। इसके कारण ये आंदोलन हर क्षेत्रीय सीमा से बाहर निकलकर भारत के कोने कोने में पहुंचा। हर पंथ, हर वर्ग, हर जाति के लोग भक्ति के अधिष्ठान पर स्वाभिमान और सांस्कृतिक धरोहर के लिए खड़े हो गए। भक्ति आंदोलन का वो डोर और भक्ति आंदोलन वो डोर थी जिसने सदियों से संघर्षरत भारत को सामूहिक चेतना और आत्मविश्वास से भर दिया।
ਦੀ ਤਾਜ਼ਾ ਅਪਡੇਟ ਦੇ ਲਈ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰੋ, Facebook ਚੈਨਲ ਨੂੰ ਲਾਈਕ ਅਤੇ ਸ਼ੇਅਰ ਕਰੋ।